ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਜੀਆਂ ਅੰਦਰ ਜਿਉ ਸ਼ਬਦ ਹੈ, ਜਿਤ ਸਹਿ ਮਿਲਾਵਾ ਹੋਏ। ਬਿਨ ਸ਼ਬਦੇ ਆ ਜਗ ਆਨੇਰ ਹੈ, ਬਿਨ ਸ਼ਬਦ ਜਗ ਹਨੇਰ ਹੈ। ਸ਼ਬਦ ਪ੍ਰਗਟ ਹੋਏ, ਚੌਦਸ ਹੁਕਮ ਵਰਤੈ ਪ੍ਰਭ ਤੇਰਾ। ਚੌਦਸ ਨਾਮ ਪਤਾਲੰ, ਸਭ ਮੈਂ ਸ਼ਬਦ ਰਵਿਆ ਹੈ ਸਾਚਾ। ਕਰਮ ਮਿਲੈ ਬਿਆਲੰ, ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ। ਅਦਬ ਸਤਕਾਰ ਸਹਿਤ ਫਤਿਹ ਗਜਾਈਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜੋਗੋ ਜੋਗੇ ਅਟਲ ਪੋਥੀ ਪਰਮੇਸ਼ਰ ਗਾਥਾ, ਨਿਰੰਕਾਰ ਸਰੂਪ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ, ਇਹ ਮਨਾਉਣ ਵਾਸਤੇ ਇਹ ਸਮਾਗਮ ਹੈ। ਉਸ ਮਹਾਂਪੁਰਖ ਦਾ ਜਿੰਨਾ ਧੰਨਵਾਦ ਕਰੀਏ ਥੋੜ੍ਹਾ ਹੈ, ਜਿੰਨਾ ਸਾਡਾ ਇਸ ਪਾਸੇ ਧਿਆਨ ਦਿਵਾਇਆ। ਲੋਕ ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਤੇ ਮਨਾਉਂਦੇ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਹੀਂ ਸੀ ਮਨਾਉਂਦਾ। ਉਹਨਾਂ ਥਾਂ ਥਾਂ 'ਤੇ ਕਿਹਾ, ਇੱਥੇ ਵੀ ਔਰ ਖਾਰ ਗੁਰਦੁਆਰੇ, ਮੈਂ ਹਰ ਸਾਲ ਉੱਥੇ ਜਾਂਦਾ ਰਿਹਾ ਬੰਬਈ। ਉਹ ਭਾਈ ਅੱਜ ਤੁਹਾਡਾ ਗੁਰੂ ਕੌਣ ਹੈ? ਤੇ ਜੀ ਗੁਰੂ ਗ੍ਰੰਥ ਸਾਹਿਬ, ਤੇ ਇਹਦਾ ਤੇ ਤੁਸੀਂ ਮਨਾਉਂਦੇ ਹੀ ਕੁਛ ਨਹੀਂ। ਜੇ ਅੱਜ ਤੁਹਾਡਾ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੰਤ ਬਾਬਾ ਗੁਰਮੁਖ ਸਿੰਘ ਜੀ, ਇਹ ਉਹਨਾਂ ਦਾ ਉਪਰਾਲਾ ਸੀ। ਕੀਰਤਨੀਆਂ ਨੇ ਕੀਰਤਨ ਕੀਤਾ। ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਲਗਭਗ ਜਿੰਨੇ ਕੀਰਤਨ ਮੈਂ ਸੁਣੇ, ਇਹ ਸ਼ਬਦ ਦੇ ਅਖੀਰ ਤੇ ਉਹ ਜ਼ਰੂਰ ਗਾਇਨ ਕਰਦੇ ਨੇ ਕਿ ਸੁਣ ਨਾ ਪ੍ਰਭ ਜੀ ਇੱਕ ਬੇਨੰਤੀ ਮੇਰੀ, ਤੂੰ ਨਿਜ ਘਰ ਵਸੇੜਾ ਹਾਂ ਰੁਲ ਭਸਮੈ ਢੇਰੀ। ਅਸੀਂ ਪੜ੍ਹਦੇ ਵੀ ਹਾਂ ਪਰ ਕਦੀ ਅਰਥਾਂ ਵੱਲ ਵੀ ਧਿਆਨ ਦਿੱਤਾ? ਉਹ ਮੈਂ ਤੁਹਾਡਾ ਧਿਆਨ ਦਵਾਵਾਂ। ਨਾਹ ਦਾ ਅਰਥ ਹੁੰਦਾ ਖਾਸਮ, ਮਾਲਕ, ਪਤੀ। ਹੇ ਮੇਰੇ ਮਾਲਕ, ਮੇਰੇ ਪਤੀ ਪ੍ਰਮਾਤਮਾ, ਇੱਕ ਮੇਰੀ ਬੇਨਤੀ ਸੁਣ। ਤੂੰ ਤੇ ਨਿਜ ਘਰ ਵਿੱਚ ਵਸ ਰਿਹਾ ਔਰ ਸਦਾ ਹੀ ਕਾਇਮ ਹੈ, ਤੇ ਮੈਂ ਰੁਲ ਜਾਂਦੀ ਹਾਂ ਤੇ ਮਿੱਟੀ ਦੀ ਢੇਰੀ ਬਣ ਜਾਂਦੀ ਹਾਂ। ਇਹਦਾ ਭਾਵ ਇਹ ਹੈ, ਜਿੰਨੇ ਅਸੀਂ ਕੀਰਤਨ ਸੁਣਨ ਵਾਲੇ ਹਾਂ, ਕਰਨ ਵਾਲੇ ਹਾਂ, ਇਹ ਜਗਤ ਵਿੱਚ ਆਏ, ਅਖੀਰ ਤੇ ਸੰਸਕਾਰ ਹੋਣਾ। ਰੱਬ ਦਾ ਤੇ ਕਦੀ ਹੋਇਆ ਹੀ ਨਹੀਂ, ਕਿਉਂਕਿ ਉਹ ਜਨਮੇ ਹੀ ਨਹੀਂ, ਉਹ ਸਰੀਰ ਹੈ ਹੀ ਨਹੀਂ। ਸੰਸਕਾਰ ਹੁੰਦੇ ਨੇ ਸਾਡੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਫਿਰ ਜੇ ਮੈਂ ਨੂਰ ਹਾਂ, ਤੇਰੇ ਤੋਂ ਹਾਂ, ਤੇ ਫਿਰ ਮੈਂ ਇਹ ਮਿੱਟੀ ਦੀ ਢੇਰੀ ਬਣ ਕੇ ਕਿਉਂ ਰਹਿ ਜਾਣਾ? ਇਹਦਾ ਜਵਾਬ ਬੜਾ ਸੁੰਦਰ ਕਬੀਰ ਸਾਹਿਬ ਜੀ ਨੇ ਦਿੱਤਾ। ਕਹਿੰਦੇ ਨੇ, ਕਹਿਤ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗ ਰੂਲੇ। ਮਾਲਕ ਭੁੱਲ ਗਿਆ ਤੇ ਮਿੱਟੀ 'ਚ ਰੁਲ ਗਿਆ। ਭਾਵੇਂ ਅਸੀਂ ਸੋਨਾ ਆਖੀਏ ਨਾ,
ਅਸੀਂ ਆਖੀਏ ਮਿੱਟੀ ਨਹੀਂ ਜੀ, ਅਸੀਂ ਤੇ ਸੋਨਾ ਕਮਾ ਰਹੇ ਹਾਂ, ਤੇ ਸੋਨਾ ਵੀ ਇੱਕ ਦਿਨ ਮਿੱਟੀ ਹੋ ਹੀ ਜਾਣਾ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆਈ, ਬੜੀ ਪ੍ਰੇਰਨਾ ਦੇਵੇਗੀ। ਕਬੀਰ ਸਾਹਿਬ ਨੂੰ ਇੱਕ ਧਨਵਾਨ ਬੰਦਾ, ਬੜਾ ਧਨਾੜ ਬੰਦਾ, ਕਾਂਸ਼ੀ ਦਾ ਬੜਾ ਵੱਡਾ ਬੰਦਾ, ਕਹਿਣ ਲੱਗਾ ਪੱਲੇ ਤੇਰੇ ਕੁਛ ਨਹੀਂ, ਘਰ ਵਿੱਚ ਭੰਗ ਭੁੱਜਦੀ ਹੈ, ਤੇ ਧੰਨ ਕਬੀਰ ਸਾਡਾ ਕੋਈ ਇਹਨਾਂ ਨਾਂ ਨਹੀਂ ਲੈਂਦਾ। ਕਹਿਣ ਲੱਗੇ ਅਸੀਂ ਇੱਕ ਕੰਮ ਕਰਨੇ ਆ ਕਿ ਸਾਡੇ ਘਰ ਵਿੱਚ ਰੱਬ ਦਾ ਭਾਣਾ ਮੰਨਿਆ ਜਾਂਦਾ, ਤੇ ਸ਼ੁਰੂ ਇਥੋਂ ਹੁੰਦਾ ਕਿ ਬੱਚੇ ਵੀ ਮੇਰੀ ਗੱਲ ਮੰਨਦੇ ਨੇ, ਪਤਨੀ ਵੀ ਮੰਨਦੀ ਹੈ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਲੋਈਏ ਆਈ ਜਰਾ ਇਧਰ। ਆ ਗਈ। हाँ जी, 7 बचन की हुक्म है? जा बाहरों मिट्टी की ढीम लिया। 7 बचन ले आए, इनू पीस दे, पाउडर बना दे, बना दिता। जा घ्यो लिया, घ्यो लिया कुछ ही, कहने लगे ये पा के गुन दे। उन्हें पाया, गुनिया। कहने लगे 7 बचन जा परनाले नू लाया, चाहता सी उत्ते जाके लाई। कहने लगा बस इन्नी गल। घर गया, कहन लगा तो मैं भी कर जाऊंगा। पत्नी नू कहन लगा जा मिट्टी की ढीम लिया। वो कहन लगी की करनी? मिट्टी की करनी? घर च मिट्टी हूंज के बाहर सुटने, झाड़ू देने, मिट्टी लियाओ। कहन लगा खबरदार, जवाब दिता लिया। वो मिट्टी बेचारी डरती ले आई, पीस इनू। पीसिया। कहन लगा घ्यो लिया, इहदे विच पा। उन्हें रौला पा दिता, मेरा पति पागल हो गया, लोकां फड़ के पागल खाने के दे, वो संगलों नाल बन देता। कबीर साहब आ गया, कहने लगे पागल नहीं होया, कबीर बनन लगा सी। ये कबीर बनन लगा सी, इनू ये पता नहीं। कलोई ने एक बड़ी सुंदर गल कही। कहने लगे सेठ जी मैं ही नहीं पाउंदी, सारा जगत पा रहा। कहने लगा तू जवाब क्यों ना देता कि मिट्टी च घ्यो क्यों पाव? कहने लगे गल ये है कि सारा जगत पाउंदा है, तुसी भी पाउंदे हो, मैं भी पाउनी हाँ, सारे ही घ्यो मिट्टी च पा रहे ने। कहने लगे किवें? कहने लगे शरीर की है, मिट्टी ते है, होर की है, रोज इहदे विच घ्यो पाई जाने आ, होर की करने आ। भलके उठ पपोली है, विन बुझे मुगदे जान, सो प्रभ चेतना आयो, छुटेगी बेबान। कबीर साहब कहते ने कबीरा तूर सकेल कै पुरिया बांधी दे। पुरी हुंदी नगरी, दिवस 4 को पेखना है, अंत खे की खे। एक काम करी, ये जदों टुटना ना, टुटन तो पहले कुछ नूर हो जाएगी। एक कथा मैं निरंतर कहता रहना, शायद इत्थे भी बहुत वारी आए हाँ। एक बार एक नौकर कोलों दीवा टुट गया दिवाली वाले दिन, ते मालक ने थप्पड़ मारे। सवेरे जदों आया वेख्या कांवा सारे ही तोड़ देते। कहने लगा सेठ जी कांवा नू मारो, लभो कित्थे गए, मैनू तुसी थप्पड़ मारिया, मैं तो एक तोड़िया। कहने लगा बेटा भुल गए हैं, तू वो तोड़िया जिहड़ा जगया नहीं सी, उन्हां वो तोड़े जिहड़े जग गए। जम आएगा मारेगा थप्पड़, ये दीवा टुट जाएगा, उस तो पहले जग जाइए। हुण सवाल यह है कि जगिए किवें? वो प्रेरणा हुण श्री गुरु ग्रंथ साहब जी कोलों लैनी है। असीं मिट्टी च नहीं रुलना। तुहानूं बेनती करा, उन्हां दी खाक भी पवित्र हो गई, वो भी नूर हो गई। कहने गुरसिखां की हर धूड़ दे हम पापी विगत पाए। ते धूड़ की है? मिट्टी तो ही धूड़ बनती है, होर धूड़ कित्थों आउंदी है? गुरसिखां दी खाक संतन के देहो मेरे प्यारे। मैनू संतां दी खाक दे, होर कहा परमात्मा जे तू मैनू आखें कि नानक जी दान मंगो, मैं किहड़ा दान तुहानू देवां, ते मैं पता की मंगांगा? दान महंडा तली खाक, जे मिले तो मस्तक लाइए, कूड़ा लाले छड्डिए हो एक मन अलख तिहाइए। ग्रंथ ते दुनिया ते बहुत ने, इन्ने ने कि एक जिंदगी च कौन पढ़ेगा। इन्ने ग्रंथ ने, 300 ते धर्म ने,
ਤੇ ਹਰ ਧਰਮ ਦਾ ਆਪਣਾ ਆਪਣਾ ਗ੍ਰੰਥ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕਿਉਂ ਹੈ ਨਹੀਂ? ਇਸ ਦਾ ਕਾਰਨ ਕੀ ਹੈ? ਇਹਦੀ ਵਡਿਆਈ ਇਹ ਹੈ ਕਿ ਜੋ ਵੀ ਤਰਿਆ, ਜਿਸ ਦਾ ਨਿਸਤਾਰਾ ਹੋਇਆ, ਜਿਹੜਾ ਰੱਬ ਤੱਕ ਪਹੁੰਚਿਆ, ਗੁਰਬਾਣੀ ਰਾਹੀਂ, ਸ਼ਬਦ ਰਾਹੀਂ ਪਹੁੰਚਿਆ, ਹੋਰ ਕੋਈ ਮਾਰਗ ਨਹੀਂ, ਕੋਈ ਰਸਤਾ ਨਹੀਂ। ਮੈਂ ਇੱਕ ਪੰਕਤੀ ਤੁਹਾਨੂੰ ਪਹਿਲੇ ਸੁਣਾਈ, ਉਹ ਦੁਹਰਾ ਦਿਆਂ। ਉਹ ਸੁਣਾਈ ਸੀ ਕਿ ਜੀਆਂ ਅੰਦਰ ਜੀਓ, ਤੁਹਾਡੇ ਅੰਦਰ ਕਹਿੰਦੇ ਆ ਜਾਨ, ਮੇਰੀ ਜਾਨ। ਉਹ ਜਾਨ ਹੈ ਕੀ ਹੈ? ਹੱਥ ਜਾਨ ਹੈ, ਪੈਰ ਜਾਨ ਹੈ, ਪੇਟ ਜਾਨ ਹੈ, ਸਿਰ, ਇਹ ਤਾਂ ਸਭ ਕੁਝ ਪਿਆ ਹੁੰਦਾ ਮੁਰਦੇ ਦਾ। ਜਾਨ ਕੀ ਹੈ ਜਿਸ ਨੂੰ ਜਾਨ ਕਹਿੰਦੇ ਆ? ਸ਼ਾਇਦ ਉਸ ਚੇਤਨਾ ਨੂੰ ਅਸੀਂ ਜਾਨ ਕਹਿੰਦੇ ਆ ਜਿਸ ਦੇ ਬਾਰੇ ਕੁਝ ਵੀ ਨਹੀਂ ਜਾਣਦੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਜੀਆਂ ਅੰਦਰ ਜਿਉ ਸ਼ਬਦ ਹੈ, ਜੀਵਨ ਤਾਂ ਹੈ ਜੇ ਤੇਰੇ ਅੰਦਰ ਸ਼ਬਦ ਹੈ। ਸ਼ਬਦ ਨਹੀਂ ਤੇ ਤੇਰਾ ਕੋਈ ਜਿਉਣਾ ਨਹੀਂ। ਹੁਣ ਜੇ ਕੋਈ ਪੁੱਛੀ ਬੈਠੇ ਗੁਰੂ ਕੇ ਸਿੱਖੋ, ਮਨਾਉਂਦੇ ਵੀ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ, ਇਹ ਵੀ ਕਹਿੰਦੇ ਹੋ ਮੇਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਸ਼ਬਦ ਅੰਦਰ ਹੈ? ਜੇ ਹੈ, ਹੁਣ ਪੁੱਛ ਹੀ ਬੈਠੇ ਕੋਈ। ਚਲੋ ਸਿੱਖ ਤੇ ਸਿੱਖ ਦਾ ਲਿਹਾਜ਼ ਕਰ ਦੇਵੇ, ਕੋਈ ਹੋਰ ਹੀ ਹੋਵੇ ਉਹਨੇ ਲਿਹਾਜ਼ ਨਹੀਂ ਕਰਨਾ। ਪੁੱਛ ਹੀ ਬੈਠੇ ਤੇਰੇ ਅੰਦਰ ਹੈ ਤੇ ਫਿਰ ਪ੍ਰਕਾਸ਼ ਕਰ, ਪ੍ਰਗਟ ਕਰ, ਸੁਣਾ, ਸ਼ਬਦ ਸੁਣਾ। ਤੇ ਪੰਕਤੀ ਇੱਕ ਵੀ ਯਾਦ ਨਾ ਹੋਵੇ ਤੇ ਫਿਰ ਇੱਕ ਹਿਸਾਬ ਲਾਓ, ਸਤਿਗੁਰੂ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਆਵਾਂਗੇ? ਗੁਰੂ ਸਾਹਿਬ ਕਹਿੰਦੇ ਨੇ, ਜੀਆਂ ਅੰਦਰ ਜਿਉ ਸ਼ਬਦ ਹੈ, ਜਿਤ ਸਹਿ ਮਿਲਾਵਾ ਹੋਏ। ਰੱਬ ਨਾਲ ਮੇਲ ਹੋਣਾ ਸ਼ਬਦ ਨਾਲ। ਮੈਂ ਇਸ ਵਿਆਖਿਆ ਨੂੰ ਥੋੜਾ ਜਿਹਾ ਵਿਸਤਾਰ ਦੇਵਾਂ। ਸਿੱਧਾਂ ਨੂੰ ਜਦੋਂ ਸਤਿਗੁਰੂ ਵਾਰ-ਵਾਰ ਕਹਿੰਦੇ ਸਨ ਕਿ ਸ਼ਬਦੇ ਕਾ ਨਵੇੜਾ ਸੁਣ ਤੂੰ ਅਵਧੂ, ਸ਼ਬਦ ਦਾ ਨਵੇੜਾ ਸੁਣ, ਜਿਤ ਤਰੀਏ ਭਵਜਲ ਸੰਸਾਰੋ। ਉਹ ਕਹਿੰਦੇ ਨੇ ਫਿਰ ਸ਼ਬਦ ਹੈ ਕਿੱਥੇ? ਕਹਿਣ ਲੱਗੇ ਮੇਰੇ ਹਿਰਦੇ 'ਚ ਵਸਦਾ। ਜਾਏ ਹਿਰਦਾ ਦੇ ਨਾ ਹੋਤੀ ਤੋ ਮਨ ਕੰਠੇ ਰਹਤਾ, ਨਾਭ ਕੰਬਲੇ ਸਤੰਭ ਨਾ ਹੋਤੋ ਤੋ ਪਵਨ ਕਵਨ ਕਰ ਸਹਿਤਾ। ਇਹ ਮਨ ਕਿੱਥੇ ਸੀ? ਸਰੀਰ ਨਹੀਂ ਸੀ ਤੇ ਉਸ ਵੇਲੇ ਸ਼ਬਦ ਕਿੱਥੇ ਸੀ? ਕਹਿਣ ਲੱਗੇ ਸ਼ਬਦ ਪਰਮਾਤਮਾ ਦਾ ਰੂਪ ਹੈ। ਸ਼ਬਦ ਤੇ ਨਿਰੰਕਾਰ ਇੱਕ ਨੇ। ਸ਼ਬਦ ਅਕਾਲ ਪੁਰਖ ਵਿੱਚ ਸੀ ਔਰ ਸਦਾ ਵਾਸਤੇ ਸ਼ਬਦ ਕਾਇਮ ਰਹਿੰਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਨਾਲ ਸਾਨੂੰ ਜੋੜਿਆ। ਹੁਣ ਮੈਂ ਕੁਝ ਸਾਖੀਆਂ ਤੁਹਾਡੇ ਸਾਹਮਣੇ ਰੱਖਣ ਲੱਗਾ, ਇਸ ਲਈ ਅੱਜ ਤੱਕ ਜਿਸ ਦਾ ਨਿਸਤਾਰਾ ਹੋਇਆ ਉਹ ਸ਼ਬਦ ਨਾਲ ਹੋਇਆ, ਗੁਰਬਾਣੀ ਨਾਲ ਹੋਇਆ। ਪਹਿਲਾ ਸਿੱਖ ਜਿਹੜਾ ਸੀ ਇਹ ਕੌਣ ਸੀ? ਵੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਕੋਈ ਪੁੱਛਿਆ ਗਿਆ, ਸਿੱਖਾਂ ਪੁੱਛਿਆ, ਪਾਤਸ਼ਾਹ ਕੁਛ ਮਿਆਰ ਮਿੱਥ ਦਿਓ ਕਿ ਸਿੱਖ ਹੋਵੇ ਤੇ ਕੈਸਾ ਹੋਵੇ, ਸੇਵਕ ਕੈਸਾ ਹੋਵੇ, ਧੀ ਕੈਸੀ ਹੋਵੇ, ਪੁੱਤਰ ਕੈਸਾ ਹੋਵੇ ਔਰ ਜਵਾਈ ਕੈਸਾ ਹੋਵੇ। ਉਹਨਾਂ ਜਿਹੜੇ ਨਾਂ ਲਏ ਸਨ ਉਹ ਧਿਆਨ ਨਾਲ ਸੁਣਨੇ। ਉਹਨਾਂ ਕਿਹਾ ਸਿੱਖ ਨਹੀਂ ਕੋਈ ਅੰਗਦ ਜੈਸਾ, ਸੇਵਕ ਨਹੀਂ ਕੋਈ ਰਾਮਦਾਸ ਵੈਸਾ। ਕਹਿੰਦੇ ਨੇ ਕੋਈ ਰਿਸ਼ਤੇਦਾਰ ਨਹੀਂ ਕੋਈ ਰਾਮਦਾਸ ਜੈਸਾ। ਧੀ ਹੋਵੇ ਭਾਨੀ ਵਰਗੀ, ਪੁੱਤਰ ਹੋਵੇ ਗੁਰੂ ਅਰਜਨ ਦੇਵ ਵਰਗਾ। ਇਹ ਉਹਨਾਂ ਨੇ ਮਿਆਰ ਮਿਥੇ ਸਨ। ਹੁਣ ਜੇ ਸਿੱਖ ਗੁਰੂ ਅੰਗਦ ਦੇਵ ਜੀ ਵਰਗਾ ਕੋਈ ਨਹੀਂ ਤੇ ਉਹ ਪਹੁੰਚੇ ਕਿਵੇਂ? ਗੁਰੂ ਅੰਗਦ ਦੇਵ ਜੀ ਨੂੰ ਕੌਣ ਲੈ ਕੇ ਗਿਆ ਗੁਰੂ ਨਾਨਕ ਦੇਵ ਜੀ ਕੋਲ? ਮੈਂ ਤੁਹਾਡਾ ਉਚੇਚਾ ਧਿਆਨ ਦਿਵਾਵਾਂ ਇਸ ਪਾਸੇ। ਇਹ ਯਾਦ ਰੱਖਣਾ, ਜੀਵਨ ਵਿੱਚ ਰਸ ਵੀ ਚਾਹੀਦਾ, ਜੀਵਨ ਵਿੱਚ ਸਮਝ ਵੀ ਚਾਹੀਦੀ ਹੈ। ਮੇਰਾ ਰਸ ਹੀ ਰਸ ਹੋਵੇ ਤੇ ਬੰਦਾ ਅੰਧ ਵਿਸ਼ਵਾਸ ਵਿੱਚ ਫਸ ਜਾਏਗਾ। ਮੇਰੀ ਸਮਝ ਹੀ ਸਮਝ ਹੋਈ ਤੇ ਪ੍ਰੇਮ ਪੱਲੇ ਨਹੀਂ ਪਏਗਾ, ਰੁੱਖਾ ਸੁੱਖਾ ਰਹਿ ਜਾਏਗਾ। ਜੀਵਨ ਵਿੱਚ ਰਸ ਹੋਵੇ, ਕੀਰਤਨ ਇੱਕ ਰਸ ਹੈ, ਲੇਕਿਨ ਕਥਾ ਇੱਕ ਸਮਝ ਹੈ। ਕਥਾ ਕੀਰਤਨ ਸੁਖਦਾਈ। ਕੀਰਤਨੀਏ ਨੇ ਕੀ ਕਿਹਾ, ਕੀ ਸੁਣਾਇਆ? ਕਥਾਵਾਚਕ ਨੇ ਇਸ ਨੂੰ ਖੋਲਣਾ, ਇਸ ਦਾ ਵਿਸਥਾਰ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਕੋਲ ਭਾਈ ਲੈਣਾ ਕਿਵੇਂ ਪਹੁੰਚੇ? ਕੋਈ ਬੰਦਾ ਲੈ ਗਿਆ? ਨਹੀਂ, ਗੁਰਬਾਣੀ ਲੈ ਗਏ।
ਇਹ ਇਤਿਹਾਸ ਸਾਂਭਣ ਵਾਲਾ ਔਰ ਸਮਝਣ ਵਾਲਾ, ਧਿਆਨ ਨਾਲ ਇਹਨੂੰ ਸੁਣਨਾ। ਸ਼ਬਦ ਪੜ੍ਹ ਰਿਹਾ ਸੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਜੋਤ, ਖੂਹੀ ਤੋਂ ਇਸ਼ਨਾਨ ਕੀਤਾ ਤੇ ਬਾਣੀ ਪੜ੍ਹ ਰਿਹਾ ਸੀ ਆਸਾ ਦੀ ਵਾਰ। ਆਸਾ ਦੀ ਵਾਰ ਉਸ ਵੇਲੇ ਸਿਰਫ ਪੌੜੀਆਂ ਸਨ, ਸ਼ਲੋਕ ਨਾਲ ਨਹੀਂ ਸਨ। ਇਹ ਸ਼ਲੋਕ ਦਰਜ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ, ਵਾਰ ਸ਼ਲੋਕਾਂ ਨਾਲ। ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੇ ਧੁਨੀ। ਉਸ ਵੇਲੇ ਪੌੜੀਆਂ ਸਨ ਤੇ ਪੌੜੀ ਤੇ ਇੱਥੇ ਆਇਆ। ਹੁਣ ਵੇਖੋ, ਧੰਨ ਨੇ ਮੇਰੇ ਪਾਤਸ਼ਾਹ, ਉਹਨਾਂ ਕਿੰਨਾ ਸੌਖਾ ਕੀਤਾ, ਬੱਚੇ ਬੱਚੇ ਨੂੰ ਸਮਝ ਆਏ। ਭਾਸ਼ਾ ਵਰਤੇ ਸੌਖੀ ਸਮਝ ਵਿੱਚ ਆਏ, ਕੋਈ ਔਖੀ ਨਹੀਂ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਏ। ਜਿਸ ਨੂੰ ਸਿਮਰਨ ਨਾਲ ਸੇਵਨ ਨਾਲ ਸੁਖ ਮਿਲਦਾ, ਉਸ ਮਾਲਕ ਨੂੰ ਸਦਾ ਯਾਦ ਕਰੀਏ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਜੇ ਕੀਤਾ ਪਾਉਣਾ ਪੈਣਾ ਤੇ ਫਿਰ ਬੁਰੀ ਘਾਲ, ਬੁਰੀ ਕਮਾਈ ਕਿਉਂ ਕਰੀਏ। ਮੰਦਾ ਮੂਲ ਨਾ ਕੀਚੇ, ਮੰਦਾ ਬਿਲਕੁਲ ਨਹੀਂ ਕਰਨਾ ਚਾਹੀਦਾ। ਦੇ ਲੰਮੀ ਨਜ਼ਰ ਨੇ ਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ। ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਖਾਲੀਏ। ਬੰਦੇ ਧਨ ਕਮਾਉਣ ਲਈ ਤੇ ਲਾਹਾ ਚਾਹੁੰਨਾ, ਇਧਰ ਗੁਣਾ ਵੱਲ ਵੇਖ। ਤੇਰੇ ਗੁਣ ਗਲ ਗਏ, ਤੂੰ ਇਧਰੋਂ ਕਮਾਈ ਕੀ ਕੀਤੀ। ਜਿਸ ਦਿਨ ਕਿਤੇ ਤੋਲਣ ਵਾਸਤੇ ਬੈਠ ਜਾਏਗਾ ਨਾ, ਇਹ ਹੈਰਾਨ ਹੋ ਜਾਏਗਾ। ਉਹ ਪੰਕਤੀਆਂ ਪੜ੍ਹਦੇ ਆ ਕਿ ਹੱਟ ਪੱਟਨ ਮੰਦਰ ਪੰਨੇ ਕਰ ਚੋਰੀ ਘਰ ਆਵੈ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਤਟ ਤੀਰਥਿਆਮ ਨਵਖੰਡ ਦੇਖੇ, ਹੱਟ ਪੱਟਨ ਬਾਜ਼ਾਰਾ। ਲੈ ਕੇ ਤਕੜੀ ਤੋਲਣ ਲੱਗਾ, ਘਟ ਹੀ ਮੈਂ ਮਨਜ਼ਾਰਾ। ਤੋਲਿਆ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਅਵਗਣ ਹਮਾਰੇ, ਦਇਆ ਕਰੋ ਕੁਛ ਮੇਰੇ। ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਕੋਲ ਕਿਵੇਂ ਪਹੁੰਚੇ। ਨੂਰ ਰਾਣੀ ਪੜ੍ਹ ਰਹੀ ਹੈ, ਬਾਣੀ ਪੜ੍ਹ ਰਹੀ ਹੈ। ਘਰਾਂ 'ਚ ਕਦੀ ਸੀ, ਅੱਜ ਤੇ ਸਿਲਸਿਲਾ ਹੀ ਹੋਰ ਹੋ ਗਿਆ। ਅੰਮ੍ਰਿਤ ਵੇਲਾ ਕਿੱਥੇ ਸਾਡੇ ਕੋਲ ਰਹਿਣਾ। ਸੌਣ ਦਾ ਵੇਲਾ ਠੀਕ ਹੋਵੇਗਾ ਤੇ ਉੱਠਣ ਦਾ ਵੇਲਾ ਠੀਕ ਹੋਵੇਗਾ। ਸੌਣ ਦਾ ਵੇਲਾ ਜਿਹੜਾ ਹੈ ਇਹ ਠੀਕ ਹੈ ਕਿ ਬਹੁਤ ਕੁਝ ਸਵਾਰਿਆ ਹੈ ਵਿਗਿਆਨ ਨੇ, ਬਹੁਤ ਕੁਝ ਦਿੱਤਾ ਹੈ ਨੈਟ ਨੇ, ਲੇਕਿਨ ਤਬਾਹੀ ਵੀ ਜਿਹੜੀ ਕੀਤੀ ਹੈ। ਬੰਦਾ ਬੁਰਿਆਈ ਲੈ ਲੈਂਦਾ, ਚੰਗਿਆਈ ਨਹੀਂ ਲੈਂਦਾ। ਇਹਦੇ ਕੋਲੋਂ ਚੰਗਿਆਈ ਲੈਂਦਾ ਨਹੀਂ, ਬੁਰਿਆਈ ਲੈ ਲਈ। ਇਹ ਵੇਖਦੇ ਆ ਬੱਚੇ, ਛੋਟਾ ਜਿਹਾ ਬੱਚਾ ਵੀ ਦਰਵਾਜ਼ਾ ਬੰਦ ਕਰਕੇ ਬੈਠਾ ਹੋਇਆ, ਕੀ ਅੰਦਰ ਵੇਖ ਰਿਹਾ ਹੈ, ਕੋਈ ਪਤਾ ਨਹੀਂ। ਸੌਣ ਦਾ ਟਾਈਮ ਹੀ ਨਹੀਂ ਤੇ ਉੱਠਣ ਦਾ ਟਾਈਮ ਜਿਹੜਾ ਹੈ ਉਹ ਕਿਵੇਂ ਹੋਵੇਗਾ। ਬੀਬੀ ਅੰਮ੍ਰਿਤ ਵੇਲੇ ਉੱਠ ਕੇ, ਮੈਂ ਕਹਿੰਦਾ ਉਹ ਭਾਗਾਂ ਵਾਲਾ ਘਰ, ਜਿਸ ਘਰ ਵਿੱਚ ਨੂਰ ਰਾਣੀ ਅੰਮ੍ਰਿਤ ਵੇਲੇ ਉੱਠਦੀ ਹੋਵੇ, ਜਿਸ ਘਰ ਵਿੱਚੋਂ ਬਾਣੀ ਦੀਆਂ ਧੁਨਾਂ, ਬਾਣੀ ਦੀਆਂ ਆਵਾਜ਼ਾਂ ਕੰਨਾਂ ਵਿੱਚ ਪੈਂਦੀਆਂ ਹੋਣ। ਕੰਨਾਂ 'ਚ ਆਵਾਜ਼ ਪਏ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਾਏ। ਮਨੁੱਖ ਦੀ ਕਰਨੀ ਹੈ ਕਾਗਜ਼, ਕਹਿੰਦੇ ਆ ਲੇਖਾ। ਉਹ ਕਿਹੜੇ ਕਾਗਜ਼ ਤੇ ਲਿਖਿਆ ਜਾਣ। ਜੇ ਬਾਹਰਲੇ ਕਾਗਜ਼ ਹੁੰਦੇ ਕਿ ਸਾਡਾ ਕੰਮ ਹੀ ਸੌਖਾ ਸੀ, ਸਾੜ ਦਿੰਦੇ, ਪਾੜ ਦਿੰਦੇ। ਪਰ ਕਿੱਥੇ ਹੈ ਸਾਡੀ ਕਰਨੀ ਦਾ ਕਾਗਜ਼। ਕਰਨੀ ਕਾਗਜ਼ ਮਨ ਮਸਵਾਣੀ, ਮਸਵਾਣੀ ਦੁਆਤ, ਸਿਆਹੀ ਵਾਲੀ ਦੁਆਤ। ਮਨ ਜਿਹੜੀ ਦਾ ਦੁਆਤ ਹੈ, ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਿਉਂ ਜਿਉਂ ਸ਼ਬਦ ਸੁਣਿਆ, ਇਤਿਹਾਸਕਾਰ ਲਿਖਦੇ ਨੇ ਚਿੱਟਾ ਸਫੇਦ ਦਾੜਾ ਤੇ ਚਿੱਟੇ ਹੀ ਉੱਤੋਂ ਅਥਰੂ ਪੈ ਪੈ ਕੇ ਜ਼ਮੀਨ ਤੇ ਗਿਰ ਰਹੇ ਨੇ। ਕਹਿਣ ਲੱਗੇ, ਬੇਟਾ ਅਮਰੋ, ਇਹ ਤੇ ਮੇਰੀ ਕਥਾ ਹੈ ਜਿਹੜੀ ਕਰਨੀ ਪਈ। ਇਹ ਹਾਲ ਤੇ ਮੇਰੇ ਮਨ ਦਾ 20 ਵਾਰੀ ਗਿਆ। ਕਹਿਣ ਲੱਗੇ, ਪਿਤਾ ਜੀ ਤੀਰਥ ਤੁਹਾਨੂੰ ਲੱਭਾ ਹੀ ਨਹੀਂ। ਲੱਭਾ ਹੁੰਦਾ ਤੇ ਹਾਲਤ ਨਾ ਹੁੰਦੀ। ਤੀਰਥ ਹੈ ਸ਼ਬਦ, ਆਹ ਹੈ ਤੀਰਥ ਜਿਹੜਾ ਸੁਣਿਆ। ਤੇ ਪਿਤਾ ਜੀ ਸੇਵਾਏ ਨਿਭਾ ਰਹੇ ਨੇ। ਪਹੁੰਚੇ
ਸਤਿਗੁਰਾਂ ਨੇ ਵੇਖ ਕੇ ਕਿਹਾ, ਕਹਿਣ ਲੱਗੇ ਬੇਟੀ ਜਿਹਨੂੰ ਨਾਲ ਲਿਆਈ ਹੈ ਪਿੱਛੋਂ ਲੈ ਆਈ ਤੇ ਹੁਣ ਬਾਹਰ ਕਿਉਂ ਛੱਡ ਆਈ? ਲੱਗੀ ਤੁਸੀਂ ਬੁੱਝ ਲਿਆ। ਕਹਿਣ ਲੱਗੇ ਇਹ ਤੇ ਜਦੋਂ ਦਾ ਤੁਰਿਆ ਉਸ ਵੇਲੇ ਤੇ ਉਡੀਕਣੇ ਪਏ ਆ, ਲੈ ਆ। ਕਹਿਣ ਲੱਗੇ ਮੈਂ ਨਹੀਂ ਜੇ ਲਿਆਈ ਪਿਤਾ ਜੀ, ਮੈਂ ਨਹੀਂ ਲਿਆਈ, ਇਹ ਤੁਹਾਡੀ ਬਾਣੀ ਲੈ ਕੇ ਆਈ, ਸ਼ਬਦ ਲੈ ਕੇ ਆਇਆ। ਸ਼ਬਦ ਦੇ ਬਾਰੇ ਧੰਨ ਗੁਰੂ ਰਾਮਦਾਸ ਜੀ ਨੇ ਐਸਾ ਲਿਖਿਆ, ਉਹ ਕਹਿੰਦੇ ਨੇ ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾਂ ਮਾਓ, मैं गुरबाणी आधार है, गुरबाणी लाग रहा हूं, मेरा ते आसरा ही गुरबाणी। गुरबाणी तो बिना मेरा कोई आधार नहीं, कोई आसरा नहीं। 974 शब्द उच्चारण किए गुरु नानक देव जी ने। 63 श्लोक साहिब गुरु अंगद देव जी दे ते 869 शब्द साहिब श्री गुरु अमरदास जी दे उच्चारण किए होए। बड़ी किरपा की धन गुरु रामदास जी ने लावां उच्चारण कीतियां। साडे समाज दियां नीहां जड़ियां सन पताल तक रख दित्तियां, हिलन ना नीहां। जेड़ा हुण सुभाग जोड़ा गुरमुख जोड़ा ये पढ़ लवेगा वैसे चंगा। कुछ ऐसा छापो या कोई ऐसी सीडी होवे जेड़ा आनंद कारज जिसदा होवे उन्हां नूं दित्ती जाए। जे विआह तो पहले ही दिता जाए तो बहुत चंगा है कि आनंद कारज नूं समझो ये की है। जन नानक बोले चौथी लावां हर पाया प्रभ अबनासी। इत्थे विआह कराउण तो पहले आनंद कारज तो रब नाल विआह करा के आओ। जन नानक बोले चौथी लावां हर पाया प्रभ अबनास। ऐसा क्यों होया? एक दिन मैं सोच रहा सा कि जे समझिए ना तो सिखां दा डाइवोर्स होना नहीं चाहिए, बिल्कुल नहीं होना चाहिए। उहदा कारण है सतगुरां लावां ते उच्चारण कीतियां ने कि ये पढ़ के आनंद कारज कर लियो। एक भी शब्द नहीं उच्चारण किया कि पढ़ के तोड़ लियो। तोड़न वाली तो उन्हें गल कीती कोई नहीं। उन्हें कहा एक जोत दो मूर्ति धन फिर कहिए सोए। सतगुरां ने गुरबाणी नाल साडा जीवन घड़िया ते कहा एक गोरी लै लै, एक गुर लै लै, तेरा निस्तारा हो जाएगा। आंडी गुआंढी की सारा जगत ही जेड़ा उत्थे सुख वरत जाएगा। जिथे सुखी बंदा होवेगा सुख वंडेगा। जो कोल है, जो मेरे कोल ही ने मैं देंगा कि हुण आनंद वो वंडदे फिरदे ने जेड़े आप परेशान ने। दूसरिਆਂ ਦਾ निस्तारा वो करते पे ने जेड़े आप डुबे होए। मैनू गुरु गोबिंद सिंह जी का एक बचन याद आया। वो कहते ने कि मैं हैरान होया जिन्ना कोल गया साडे नालों भी ज्यादा फसे पे ने। जो जुगियान के जाए कहो कहे जोगन को ग्रह माल उठा दो। जो भाज परों सन्यासन के कहे दत्त के नाम पे धाम लुटा दो। जो कर को कहे मसंदन सो कहे सर्व दरल मोहे अबेदो। लियो ही लियो कहे सबको नर को न ब्रह्म बताए हमें दे। रब की गल कोई नहीं दसदा। कहते ने जो तेरे को दे दे। कहते ने इहदे नाल ही मिलना सी ते मेरे को पहले ही है। धन दिते तुहानू धन दिया रब मिलना धन तो मेरे को पहले है। उस नाल मैनू नहीं मिलिया। कबीर साहब कहते ने हर बिन भरम भुलाने अंधा। जां पे जाऊं आप छटकावण ते फांदे बहु फंदा। वो फाई च आप ज्यादा फसे हुए ने। कहते ने गुर एक ही है। वो गुर की है? तू आप भला हो जा। सब तो पहले दूसरियां दा निस्तारा करन तो पहले अपना निस्तारा कर। अपनी अदालत विच आप खलो, अपने प्रति सच्चा हो। एक बचन मैं तुहाडे नाल साझा करां। समाज की चिंता आचरण में है, लेकिन धर्म की चिंता आत्मा में है। इसका थोड़ा विस्तार करांगा, ये गल समझ में आएगी। समाज की वेखदा? समाज कपड़े वेखदा, समाज बाहरों घर वेखदा, लीपा पोती बाहरों वेखदा। मैनू याद आउंदी गल, गालिब चला गया, बुलाया सी बहादुर शाह जफर ने। ये मुगल बादशाहों चो आखिरी बादशाह से
ਕਾਨੂੰਨ ਦੇ ਵਿੱਚ ਇਹਦੀ ਮੌਤ ਹੋਈ ਹੈ। ਉਸ ਬੰਦੇ ਦੀ ਅੰਗਰੇਜ਼ਾਂ ਇਹਨੂੰ ਕੈਦ ਕਰ ਲਿਆ ਸੀ, ਇਹਨੇ ਬੁਲਾਇਆ, ਦਰਬਾਰ ਨੇ ਲੰਘਣ ਨਾ ਦਿੱਤਾ। ਕੱਪੜੇ ਫਟੇ ਵਿਚਾਰੇ ਦੇ, ਉਹ ਕੱਪੜੇ ਦੂਸਰਿਆਂ ਦੇ ਲੈ ਕੇ ਗਿਆ ਨਾ ਜਦੋਂ, ਤੇ ਉਹਨਾਂ ਨੇ ਸਲਾਮ ਕੀਤੀ, ਜਾਓ। ਤੇ ਜਾ ਕੇ ਉਹ ਜਦੋਂ ਖਾਣਾ ਖਵਾਉਣ ਲੱਗਾ, ਕਹਿਣ ਲੱਗਾ ਜੀ ਕੱਪੜਿਆਂ ਨੂੰ ਖਵਾਓ, ਮੈਨੂੰ ਕੌਣ ਆਉਣ ਦਿੰਦਾ ਸੀ। ਇਹ ਤੇ ਕੱਪੜਿਆਂ ਦੀ ਆ ਟੋਪੀ, ਆ ਕੋਟ, ਇਹਦੀ ਕਿਰਪਾ ਨਾਲ ਮੈਂ ਤੁਹਾਡੇ ਤੱਕ ਆ ਗਿਆ। ਸਮਾਜ ਦੀ ਚਿੰਤਾ ਇਹੀ ਕਾਰਨ, ਪਖੰਡ ਕਿਉਂ ਚੱਲਦਾ, ਚੱਲਣ ਦਾ ਕਾਰਨ ਕੀ ਹੈ ਕਿ ਸਮਾਜ ਵੇਖਦਾ ਬਾਹਰੋਂ ਬਾਹਰੋਂ, ਧਰਮ ਬਾਹਰੋਂ ਨਹੀਂ ਵੇਖਦਾ। ਧਰਮ ਕਿੱਥੋਂ ਵੇਖਦਾ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਤੂੰ ਆਪ ਆਪਣਾ ਜਵਾਬ ਦੇ ਕਿ ਮੈਂ ਭਲਾ ਹਾਂ ਕਿ ਮੈਂ ਬੁਰਾ ਹਾਂ। ਮੈਂ ਹੁਣੇ ਤੁਹਾਨੂੰ ਪੰਕਤੀ ਸੁਣਾਈ ਹੈ, ਯਕੀਨ ਜਾਣਨਾ ਗੱਲ ਤੇ ਫਿਰ ਇਹ ਸੱਚ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ। ਗੁਰੂ ਸਾਹਿਬ ਕਹਿੰਦੇ ਨੇ ਤੁਰ ਪਓ ਸਹੀ, ਰਸਤਾ ਸਹੀ ਹੋਵੇ, ਜਾਣ ਵਾਲੇ ਦੀ ਨੀਅਤ ਠੀਕ ਹੋਵੇ, ਕੀੜੀ ਦੀ ਚਾਲ ਚੱਲ ਤੂੰ ਪਹੁੰਚ ਜਾਏਗਾ। ਪਰ ਜੇ ਨੀਅਤ ਠੀਕ ਨਾ ਹੋਵੇ, ਰਸਤਾ ਗਲਤ ਹੋਵੇ, ਭਾਵੇਂ ਹਵਾਈ ਜਹਾਜ਼ ਤੇ ਉੱਡ ਗਲਤ ਪਾਸੇ ਜਾਏਗਾ, ਕਿਉਂਕਿ ਦਿਸ਼ਾ ਜਿਹੜੀ ਹੈ ਤੇਰੀ ਗਲਤ ਹੈ। ਦਿਸ਼ਾ ਠੀਕ ਹੋਵੇ, ਬੰਦਾ ਭਲਾ ਹੋਵੇ, ਤੇ ਸਰਬੱਤ ਦਾ ਭਲਾ ਉਹਨੂੰ ਕਰਨ ਦੀ ਲੋੜ ਨਹੀਂ, ਉਸ ਕੋਲੋਂ ਸਰਬੱਤ ਦਾ ਭਲਾ ਹੋਵੇਗਾ। ਇੱਕ ਬੜਾ ਸੁੰਦਰ ਦ੍ਰਿਸ਼ਾਂਤ ਯਾਦ ਆਇਆ। ਇੱਕ ਵਾਰ ਦੇਵਤੇ ਇਕੱਠੇ ਹੋਏ ਤੇ ਇੱਕ ਸਾਧੂ ਕੋਲ ਬ੍ਰਹਮ ਗਿਆਨੀ ਕੋਲ ਆ ਗਏ। ਤੇ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਕੀ ਹੈ? ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਉਹ ਮਹਾ। ਪਰਉਪਕਾਰ ਕਿਤੇ ਮਿਲ ਜਾਏ ਤੇ ਚਾਹ ਚੜ ਜਾਂਦਾ। ਉਹ ਕਹਿਣ ਲੱਗੇ ਤੈਨੂੰ ਕੁਛ ਦੇਣ ਆਏ ਆ। ਕਹਿਣ ਲੱਗਾ ਦੇਣ ਆਏ ਹੋ? ਮੈਂ ਮੰਗਿਆ ਨਹੀਂ ਤੇ ਤੁਸੀਂ ਦੇਣ ਆ ਗਏ ਹੋ। ਕਹਿਣ ਲੱਗੇ ਇਸੇ ਲਈ ਆਏ, ਜਿਹੜੇ ਮੰਗਦੇ ਨੇ ਉੱਥੇ ਨਹੀਂ ਅਸੀਂ ਜਾਂਦੇ, ਤੂੰ ਮੰਗਿਆ ਕੁਛ ਨਹੀਂ ਤਾਂ ਹੀ ਦੇਣ ਵਾਸਤੇ ਆਏ ਆ। ਤੇ ਉਹ ਕਹਿਣ ਲੱਗਾ ਪਰ ਮੈਨੂੰ ਚਾਹੀਦਾ ਹੀ ਕੁਛ ਨਹੀਂ, ਮੈਂ ਤੁਹਾਡੇ ਕੋਲੋਂ ਤਾਂ ਮੰਗਾ ਜੇ ਮੈਨੂੰ ਕੋਈ ਲੋੜ ਹੋਵੇ। ਮੇਰੀਆਂ ਲੋੜਾਂ ਰੱਬ ਨੇ ਪੂਰੀਆਂ ਕੀਤੀਆਂ। ਕਹਿਣ ਲੱਗੇ ਭਾਈ ਆ ਗਏ ਆ, ਸਾਡੀ ਇੱਜ਼ਤ ਰੱਖ ਲੈ, ਜੋ ਦੇਣ ਆਏ ਆ ਸਾਡੀ ਇੱਜ਼ਤ ਰੱਖ ਲੈ। ਕਹਿਣ ਲੱਗਾ ਜੇ ਤੁਹਾਡੀ ਬੇਇੱਜ਼ਤੀ ਹੈ, ਮੈਂ ਬੇਇੱਜ਼ਤੀ ਕਰਕੇ ਤੇ ਖੁਸ਼ ਨਹੀਂ, ਜੇ ਤੁਹਾਡੀ ਇੱਜ਼ਤ ਇਸੇ ਨਾਲ ਹੀ ਬਚਦੀ ਹੈ ਦੇ ਜਾਓ ਫਿਰ। ਕਹਿਣ ਲੱਗੇ ਹੱਥ ਕਰ। ਕਹਿਣ ਲੱਗਾ ਹੱਥ ਤੇ ਮੈਂ ਰੱਬ ਤੋਂ ਬਿਨਾਂ ਅੱਜ ਤੱਕ ਕਦੀ ਕਿਸੇ ਅੱਗੇ ਨਹੀਂ ਕੀਤੇ। ਤੁਸੀਂ ਵੀ ਗੁਰੂ ਤੋਂ ਬਿਨਾਂ ਕਿਸੇ ਅੱਗੇ ਹੱਥ ਨਾ ਕਰਿਓ। ਸਭ ਤੋਂ ਵੱਡਾ ਪੁੰਨ ਜੇਕਰ ਸਮਝਣਾ ਨਾ ਕਿਹੜਾ, ਇਹ ਕਰ ਲਓ, ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਅੰਜਲੀ ਕੀ ਹੈ? ਹੱਥ ਜੋੜਨੇ। ਗੁਰੂ ਅੱਗੇ ਹੀ ਬੁੱਕ ਕਰੋ, ਗੁਰੂ ਅੱਗੇ ਹੀ ਅੰਜਲੀ ਕਰੋ, ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਇਹਦੋਂ ਵੱਡਾ ਪੁੰਨ ਕਰ ਡੰਡੌਤ, ਪੁੰਨ ਵੱਡਾ ਹੈ। ਕਹਿਣ ਲੱਗਾ ਹੱਥ ਤੇ ਮੈਂ ਕੀਤੇ ਨਹੀਂ। ਕਹਿਣ ਲੱਗੇ ਪਰ ਹੁਣ ਜੇ ਅਸੀਂ ਦੇਣਾ ਹੱਥ ਵਿੱਚ ਹੀ ਦਿਆਂਗੇ ਨਾ। ਕਹਿਣ ਲੱਗੇ ਤੇਰੇ ਹੱਥ 'ਚ ਇੱਕ ਬਰਕਤ ਪਾ ਜਾਵਾਂਗੇ। ਕਹਿਣ ਲੱਗੇ ਕਿਹੜੀ ਬਰਕਤ ਪਾਓਗੇ? ਸੁੱਕੇ ਰੁੱਖ ਨੂੰ ਹੱਥ ਲਾਏ ਤੇ ਹਰਿਆ ਹੋ ਜਾ, ਬਿਮਾਰ ਦੇ ਸਿਰ ਤੇ ਹੱਥ ਰੱਖੇ ਅਰੋਗ ਹੋ ਜਾਏ, ਕੰਗਾਲ ਦੇ ਸਿਰ ਤੇ ਹੱਥ ਰੱਖੇ ਧਨਵਾਨ ਬਣ ਜਾਏ। ਜਿਉਂ ਕਹਿੰਦੇ ਗਏ। ਕਹਿਣ ਲੱਗਾ ਇਹ ਜੋ ਹੈ ਨਾ ਆਪਣਾ ਇਹ ਲੈ ਜਾਓ ਘਰ, ਮੈਨੂੰ ਨਹੀਂ ਚਾਹੀਦਾ। ਕਹਿਣ ਲੱਗੇ ਕਿਉਂ? ਕਹਿਣ ਲੱਗਾ ਮੈਂ ਬੰਦਗੀ ਇਸ ਲਈ ਕਰਦਾ ਰਿਹਾ ਕਿ ਹਉਮੈ ਮੁੱਕੇ, ਤੇ ਤੁਸੀਂ ਹਉਮੈ ਦੀ ਪੰਡ ਲੈ ਕੇ ਆ ਗਏ ਹੋ ਮੇਰੇ ਸਿਰ ਤੇ ਰੱਖਣ ਵਾਸਤੇ। ਮੈਨੂੰ ਇਹ ਹਉਮੈ ਹੋਵੇ ਕਿ ਮੇਰੇ ਹੱਥ 'ਚ ਬਹੁਤ ਕੁਝ ਹੈ। ਵੈਸੇ ਬੰਦਾ ਜੇ ਹੱਥ ਵਿੱਚ ਹੋਵੇ ਨਾ ਤੇ ਬੰਦੇ ਦਾ ਉਹ ਯਾਦ ਕਰ ਲਈਏ ਭਾਈ ਸੁਥਰੇ ਵਾਲੀ ਸਾਖੀ, ਲੈ ਕੇ ਚਿੜੀ ਆ ਗਿਆ। ਗੁਰੂ ਸਾਹਿਬ ਬੜੇ ਹੱਸੇ ਕਿ ਕੋਈ ਨਾ ਕੋਈ ਸ਼ਰਾਰਤ ਇਹਨੇ ਕਰਨੀ ਕਰਨੀ ਹੈ। ਚਿੜੀ ਲਿਆ ਕੇ ਨਾ ਕਹਿੰਦਾ ਮਹਾਰਾਜ ਮੇਰੀ ਪੀਰੀ ਦੇ ਮਾਲਕੋ, ਬੜੇ ਜਾਣੀ ਜਾਣ ਹੋ, ਤੇ ਇੰਜ ਕਰੋ ਦੱਸੋ ਇਹ ਜਿਉਂਦੀ ਕਿ ਮਰੀ? ਇਹਨੇ ਸੋਚਿਆ ਜੇ ਤੇ ਸਤਿਗੁਰੂ ਨੇ ਆਖਿਆ ਨਾ ਮਰੀ ਤੇ ਮੈਂ ਛੱਡ ਦੇਣੀ ਜਿਉਂਦੀ, ਤੇ ਜੇ ਸਤਿਗੁਰੂ ਆਖਿਆ ਜਿਉਂਦੀ ਮੈਂ ਘੁੱਟ ਕੇ ਮਾਰ ਦੇਣੀ। ਸਤਿਗੁਰੂ ਕਹਿਣ ਲੱਗੇ ਭਾਈ ਸੁਥਰੇ ਦੇ ਹੱਥ ਵਿੱਚ ਹੈ, ਨਾ ਵਿਚਾਰੀਏ ਜਿਉਂਦੀ ਤੇ ਨਾ ਇਹ ਮਰੀ। ਬਸ ਇਹ ਜਾਨ ਜਿਹਦੇ ਤੇਰੇ ਵਰਗੇ ਦੇ ਹੱਥ ਵਿੱਚ ਜਾਨ ਹੋਵੇ ਤੇ ਉਹਨੂੰ ਜਿਉਂਦਾ ਆਖੀਏ, ਨਾ ਉਹ ਜਿਉਂਦਾ ਨਾ ਮਰਿਆ। ਮੇਰੇ ਹੱਥ ਵਿੱਚ ਇੰਨਾ ਕੁਛ ਕਹਿਣ ਲੱਗਾ ਮੈਂ ਤੇ ਭਾਈ
मैं हाथ विच नहीं लै सकता। कहन लगा देना ही है तो एक कम कर जाओ, मेरे परछावें च पा जाओ। जिधरों लंघा मेरा परछावां पवे तो किसी का भला हो जाए, पर मैनू कोई पता ना होवे कि किस किस का भला होए। मैं हंकार तो बचिया रहा। तुहानू मैं दसा, धन गुरु नानक देव जिधर गए परछावें नाल ही भला। गुरु नानक देव जिधर गए परछावें नाल भला होया, पर उन्होंने किते नहीं आख्या। असी कहने इनू तारिया, उन्हें किते नहीं लिखिया बाणी च मैं कौडे नू तारिया, मैं सज्जन ठग नू तारिया, मैं भूमि नू तारिया, मैं इस नू तारिया। बिल्कुल नहीं उन्होंने कहा तारिया सारे जहान नू। लेकिन जिन्हों ने भला किया ना आप भले हो गए। भले हो जाइए तो जे ध्यान आ जाए ना, इत्थे एक विचार करते असी पहुँच गए। गुरबाणी सुनत मेरा मन द्रव्या, मन पीना निज घर आवेगो। जेड़ा बंदा दूसरे नू मिट्टी करना चाहुंदा, दूसरे दा नुकसान करना चाहुंदा, आउंदा इहदा सोना भी मिट्टी हो जाए, इहदा शरीर भी मिट्टी करदे आ, इहदी इज्जत मिट्टी करदे आ, वो आप सोना किवें बन जाएगा? वो तो आप मिट्टी हो जाएगा, वो तो आप खाक हो जाएगा। सतगुरु कहते ने भले लोका तू इंज कर, तेनू उसने मिट्टी तो साजिया। हुण बाणी दीयां पंक्तियां सुनावां, इन्हां नूं ध्यान नाल खोजो, पढ़ो, आनंद आएगा। माटी ते जिन साजिया कर दुर्लभ दे, कहते ने मिट्टी तो तेनू दुर्लभ दे साजी, अनक छिदर मन में ढके। बंदा एक गुणा वेख लवे तो मुआफ नहीं करता। तेरे अनेकां गुणा करोड़ां गुणा उन्हें कजे हुए ने। अनक छिदर मन में टिके निर्मल दृष्टे, ओ प्रभु भुलाउना जड़ा तेरे इन्ने पर्दे का जदा। उसने माटी पुत्री तेरी विद कर थाटी, जान सत कर होएगा माटी। ये तेरी जड़ी पुतली साजी जो तेनू शरीर बख्शिश कीता, जे तू ये चाहना है सकारथ हो जाए। भाई प्राप्त मानुख देहोरिया गोबिंद मिलन की ये तेरी बरिया। गुर सेवा ते भगत कमाई, तबे मानस देही पाई। इस देही को सिमरन देव। दो विचारां सामने आउंदियां ने, मनुखा दे देवतियां तो भी उत्तम है। पंक्ति तुहानू मैं सुनाई है, इस देही को सिमरन देव। दूसरी पंक्ति आ जाती है, ये पशुआं तो भी नखैदा। पशु मिले चंगियाइयां खड़ खावें अमृत दे, नाम महूणे आदमी त्रिग जीवन कर्म करे। एक बहुत वड्डा नवाब से मुसलमाना दा। ज्ञानी जी मित्र सैनो कहन लगे, मैनू बुलाया, कदी कदी विचारां करदे सन ते मैं गया, ते दो पुत्र ओहदे बड़े ही सोहणे वेख्या भुख उतरे, बड़े सुंदर। ते एक नूं कहंदा कुत्तिया बिल्लिया आओ ज्ञानी जी आए ने मत्था टेको। मैं क्या बेटे तेरे एडे सोहणे ना ते कम दे रख, भी कुत्तिया बिल्लिया ये की? कहने लगा ज्ञानी जी ना एक दा कुतबल दीन, दूसरे दा ना है बुलंद खां, ना ते रखे सोहणे। पर जे काम कोई बंदियां वाले करनगे चंगे करनगे ते बुलंद खाने, नहीं ते कदे कुत्ते बिल्ले ही ने। जिन्हें काम चंगा नहीं करना, कहते ने गुर सेवा ते भगत कमाई, तबे मानस देही पाई। मनुखा दे तां सफल तेरी समझांगे, तू गुरु दी सेवा भगती कमाई कीती, इस वास्ते आया। यकीन जानना नगर दे विच एक भी भला बंदा होवे ना, एक भला जाग लग जाए, उस नगर दे भाग चंगे। पूर्ण महापुरुष शहर दे विच एक ही होवे, शहर का ही नस्तारा हो जाएगा। मैं अपने कोलों इन्होंने आखा, मैं प्रमाण बाणी का तुहाडे सामने रखना। कबीर सुपने हूँ बरड़ाए का, जे मुख निकसै राम। कहते ने तांके पक्की पन ही मेरे तन को चाम। एक थां कहते ने कबीर
सुपने हूं बढ़ाए के जे मुख निकसे राम, देही किसकी बापरी पवित्र होएगो गुराम। सारा नगर पवित्र हो जाएगा जे अकाल पुरख नाल कोई जुड़े। दिन आउंदा निकल जांदा, रात आउंदी है चली जाती है। मना लेने आ जी नवा साल, बस 12 वजन तो बाद वो भी पुराना साल हो जाता, पता नहीं किन्ने एक दिन बतीत हो गए, किन्ने एक साल बतीत हो गए। छिन छिन करके जिंदगी सारी चली गई। गुरु की गल असी ध्यान नाल सुनी है। वो कहते ने ऐसा कर, पहले अपना भला सोच भी तेरा भला हो जाए, ते तेरा भला किस गल विच आ। वो कहते ने उस नाल जुड़ जा जिसने कदी बुरा किया ही नहीं। भला 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 तेरा रूप अत सुंदर अपार अनूप। फिर तू ये सोच गुआंढियां दा भी भला होवे, ये नगर दा भला होवे, शहर दा भला होवे, सारे जगत दा भला होवे। बंदे दे मन विच जे भला आ जाए ना कि दूसरे दा भला, श्री गुरु ग्रंथ साहब जी ने इहो सिखाया। वो कहते ने बंदा अपने लिए मंगदा सुख ते दुख कित्थों आ गए। गुरु नानक देव पातशाह जी का पावन प्रकाश पुरब भी आ रहा है। बाणी का अध्ययन करो हैरान हो जाओगे। वो कहते ने कि हर थां ते खलोते बंदे की मंगते ने सुख शांति। दरबार साहब 4-4 घंटे खलोना पैंदा लाइन विच, ते खलोते मंगते की ने। मैं पूछिया गईयां नूं, वो कहते ने सुख शांति, अपनी सुख शांति, परिवार की सुख शांति, अपने लिए मंगने आ सुख। हुण दरबार साहब भी सारे सुख मंगते ने, हर तरह का बंदा। ये नहीं निरे सिख ही जाते ने, बाकी भी जाते हैं, मंगते ने सुख। मसीतां च की मंगते हैं सुख, मंदिरां च की मंगते ने सुख, चर्च विच की मंगते ने सुख। जे सारे ही सुख मंगते ने ते दुख कित्थों आ गया। गुरु नानक देव जी क्यों कहते ने बाली रोवे नाहे पतार, नानक दुखिया सब संसार। भुल कित्थों आउंदी? जरूर कोई भुल है या रब देंदा नहीं। सुख मांगते दुख आगल आवा, सो सुख हमो ना मांगया भावै। बिखया अजों सुरत सुख आसा, कैसे होई है राजा राम नवासा। कहते ने मंगया सुख ते सानू दुख दे देना। कहते ने मैं नहीं देंदा। असल विच भुल तेरी है, गलती तेरी है। ओके, अपने वास्ते मंगना सुख, दूसरे वास्ते मंगना दुख। किते ना किते अंदर ये जरूर ये ध्यान है दूसरे का नुकसान करने वास्ते, दूसरे नू नीवा करे ते आप उच्चा होवे। धन ने वो बंदे जेड़े ये चाहते ने परमात्मा दूसरे का दुख भी मेरी झोली च पा दे, इस नू सुखी कर। हुण पंक्ति एक पढ़ा, पर का बुरा ना राखो चेत, पराए बुरे नू अपने हिरदे च थां ना दिओ। हिरदा टटोलो, ईमानदारी नाल वेखो। हुण आए आ बैठे बड़े टका च बैठे हो, भी मैं की किसे दा बाजार विचों को बैठा होवे, रिश्तेदार कोई होवे, मैं किसी दा बुरा ते नहीं सोचदा, मैं किसी दा बुरा ते नहीं मंगदा पिया। जे मंगना ना पिया ते सतगुरु कहते ने हुणे ही छड्ड दे। मैनू याद आई गल, शेख सादी ये शिराज दे दो बहुत वड्डे विद्वान हो। शिराज ईरान दा शहर है। शिराज दे बड़े वड्डे विद्वान होए, उन्हें गल कही है। वो कहता है जे तू दुश्मनी दा बूटा ला बैठा है ना, अव्वल ते ला ना। बूटा मित्रता दा ला, बूटा प्यार दा ला, दुश्मनी दा ना ला। इनू चंगा फल नहीं लगता। ते जे ला बैठा ते हुणे ही पुट दे, जिन्नी छेती हो सकता पुट दे। बड़ा सुंदर कहा, वो कहते ने दरख्ते दोस्ती बा निशा। जे दरख्त लाना है तो दोस्ती दा, दरख्ते दोस्ती बा निशा के दाम में दिल बबार आरद। इनू प्रेम दियां लगरां निकलदियां ने, प्रेम दे फल लगदे ने,
ਨਿਹਾਲੇ ਦੁਸ਼ਮਣੀ ਬਰੇ ਕੁਨ। ਫਾਰਸੀ 'ਚ ਨਿਹਾਲ ਕਹਿੰਦੇ ਨੇ ਜੜ ਨੂੰ, ਕਹਿੰਦੇ ਦੁਸ਼ਮਣੀ ਦੀ ਜੜ ਪੁੱਟ ਤੇ। ਨਿਹਾਲੇ ਦੁਸ਼ਮਣੀ ਬਰੇ ਕੁਨ ਕਿ ਰੰਜੋ ਬੇਸ਼ੁਮਾਰ ਆਰਤ। ਇਹ ਤੇ ਰਾਂਝੀ ਰੰਜ ਗਾਮੀ ਗਮ ਨੇ। ਤੇ ਨਾਲ ਉਹਨਾਂ ਇੱਕ ਗੱਲ ਹੋਰ ਕਹੀ ਹੈ, ਬੰਦਗੀ ਕਰਨ ਵਾਲੇ। ਮੈਂ ਕਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਬ ਮਨਾਉਣ ਵਾਲੇ, ਗੁਰਗੱਦੀ ਪੁਰਬ ਮਨਾਉਣ ਵਾਲੇ, ਬਾਣੀ ਪੜ੍ਹਨ ਵਾਲੇ, ਨਿਤਨੇਮ ਕਰਨ ਵਾਲੇ, ਗੱਲ ਦਾ ਧਿਆਨ ਰੱਖਾ ਨਾ। ਉਹਨਾਂ ਨੇ ਕਿਹਾ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ। ਮੈਂ ਸੁਣਿਆ ਰੱਬ ਦੇ ਰਾਹ ਤੇ ਚੱਲਣ ਵਾਲੇ, ਅੰਮ੍ਰਿਤ ਵੇਲੇ ਉੱਠਣ ਵੇਲੇ, ਬੰਦਗੀ ਕਰਨ ਵਾਲੇ, ਸੇਵਾ ਕਰਨ ਵਾਲੇ, ਸੁਨੀਦਮ ਕੇ ਮਰਦਾਨੇ ਰਾਹੇ ਖੁਦਾ। ਦਿਲੇ ਦੁਸ਼ਮਣਾ ਨਾ ਕਰਦਨ ਤੰਗ। ਉਹ ਤੇ ਦੁਸ਼ਮਣ ਦਾ ਦਿਲ ਵੀ ਨਹੀਂ ਦੁਖਾਉਂਦੇ। ਤੁਰਾ ਕੇ ਮੁਯੱਸਰ ਸ਼ਵਦੀ ਮੁਕਾਮ ਕੇ ਬਾਦ ਉਸਤਾਨ ਨੇ ਖਿਲਾਫਸ ਤੋਂ ਜੰਗ। ਤੂੰ ਤੇ ਮਿੱਤਰਾਂ ਨਾਲ ਜੰਗ ਪਾ ਕੇ ਬੈਠਾ ਹੋਏ। ਤੂੰ ਤੇ ਆਪਣੇ ਸੱਜਣਾ ਮਿੱਤਰਾਂ ਨਾਲ ਵਿਗਾੜ ਕੇ ਹੁਣ ਸਿੱਖ ਹੀ ਸਿੱਖ ਦਾ ਵੈਰੀ ਹੋਇਆ ਹੋ। ਸਿੱਖ ਸਿੱਖ ਦਾ ਮੁਕੱਦਮਾ ਚੱਲ, ਦੋਵੇਂ ਅੰਮ੍ਰਿਤਧਾਰੀ ਹੋਣ। ਫਿਰ ਗੁਰੂ ਦਾ ਉਪਦੇਸ਼ ਸੁਣਿਆ, ਉਹ ਕਹਿੰਦੇ ਨੇ ਭਲੇ ਲੋਕਾ, ਉਹ ਤੇ ਦੁਸ਼ਮਣਾਂ ਦਾ ਦਿਲ ਵੀ ਨਹੀਂ ਦੁਖਾਉਂਦੇ, ਤੂੰ ਮਿੱਤਰਾਂ ਦਾ ਦਿਲ ਦੁਖਾਉਣਾ ਪਿਆ ਨਾ। ਉਹਨਾਂ ਨੂੰ ਵੀ ਮਿੱਤਰ ਬਣਾ। ਬੜਾ ਸੁੰਦਰ ਕਿਹਾ ਮੇਰੇ ਪਾਤਸ਼ਾਹ, ਕਹਿੰਦੇ ਨੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਭਲੇ ਹੋਵਾਂਗੇ ਨਾ, ਯਕੀਨ ਜਨਨਾ ਇਹ ਭਲਾ ਵੰਡਾਂਗੇ। ਜਨਮ ਸਾਖੀਆਂ ਪੜ੍ਹਦੇ ਆ, ਕੁਝ ਸਾਖੀਆਂ ਐਸੀਆਂ ਸਾਹਮਣੇ ਆਏਗੀਆਂ, ਲਗਾ ਜਾਂਦੇ ਆ, ਉਹਨਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਕਹਿੰਦੇ ਨੇ ਇੱਕ ਥਾਂ ਗਏ ਧੰਨ ਗੁਰੂ ਨਾਨਕ ਦੇਵ, ਦੂਜਾ ਭਾਈ ਮਰਦਾਨਾ, ਬੜੀ ਸੇਵਾ ਉਹਨਾਂ ਕੀਤੀ। ਜੀ ਆਇਆਂ ਆਖਿਆ, ਮਿੱਠਾ ਬੋਲੇ, ਛਕਣ ਛਕਾਉਣ ਲਈ ਸੇਵਾ ਕੀਤੀ। ਤੇ ਤੁਰਨ ਲੱਗਿਆਂ ਕਹਿੰਦੇ ਨੇ ਇਹ ਉਜੜ ਜਾਣ, ਇਹ ਨਗਰ ਉਜੜ ਜਾਏ। ਅੱਗੇ ਗਏ, ਉਹਨਾਂ ਨੇ ਪੱਥਰ ਮਾਰੇ, ਬੈਠਣ ਨਾ ਦਿੱਤਾ, ਪੱਥਰ ਮਾਰ ਕੇ ਦੂਰ ਤੱਕ ਛੱਡ ਕੇ ਆਏ। ਕਹਿਣ ਲੱਗੇ ਵਸਦੇ ਰਹਿਣ। ਤੇ ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਚੰਗਾ ਨਿਆ ਤੁਹਾਡੇ ਘਰ, ਜਿੰਨਾ ਬਾਤ ਨਾ ਪੁੱਛੀ, ਮਾਰਿਆ ਸਾਨੂੰ, ਪੱਥਰ ਮਾਰੇ, ਗਾਲਾਂ ਦਿੱਤੀਆਂ, ਉਹਨਾਂ ਨੂੰ ਆਖਿਆ ਕਿ ਵਸਦੇ ਰਹੋ। ਕਹਿਣ ਲੱਗੇ ਜਿਹੜਾ ਬੁਰਾ ਬੀਜ ਹੈ ਇੱਕ ਥਾਂ ਤੇ ਟਿਕਿਆ ਹੀ ਠੀਕ ਹੈ। ਉਹ ਬੰਦੇ ਜਿੱਥੇ ਜਾਣਗੇ ਨਾ ਉੱਥੇ ਹੀ ਭਲਾ ਵੰਡਣਗੇ, ਜਿੱਥੇ ਜਾਣਗੇ ਉਹ ਭਲਾ ਵੰਡਣਗੇ। ਲੇਕਿਨ ਇਹ ਜਿੱਥੇ ਜਾਣਗੇ ਨੁਕਸਾਨ ਹੋਵੇਗਾ, ਇਹ ਇੱਕ ਥਾਂ ਤੇ ਹੀ ਰਹਿ। ਵਾਕਿਆ ਸਤਿਗੁਰੂ ਕਹਿੰਦੇ ਨੇ ਮੇਰੇ ਸਿੱਖ ਥਾਂ ਥਾਂ ਜਾਣਗੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਸੀ। ਮੈਂ ਇੱਕ ਸਿੱਖ ਦਾ ਨਾਮ ਲੈ ਦਿਆਂ, ਇਹ ਤੁਸੀਂ ਜੋ ਕਰਦੇ ਹੋ ਅਕਸਰ ਤੁਹਾਡਾ ਵਪਾਰ ਹੈ, ਇਹ ਮਾਰਕੀਟ ਦਾ ਨਾਂ ਹੈ ਸਾਰੇ ਸਿੱਖ ਜਗਤ ਵਿੱਚ ਹੀ ਕਿ ਬਹੁਤ ਸੁੰਦਰ ਤੁਸੀਂ ਇਹ ਸਮਾਗਮ ਜਿਹੜਾ ਹੈ ਮਨਾਉਂਦੇ ਹੋ। ਸਤਿਗੁਰਾਂ ਨੇ ਵਪਾਰੀਆਂ ਰਾਹੀਂ ਪ੍ਰਚਾਰ ਕਰਵਾਇਆ। ਇੱਕ ਵਪਾਰੀ ਦਾ ਨਾਮ ਲੈ ਦੇਣਾ ਮੈਂ ਬੜਾ ਜ਼ਰੂਰੀ ਸਮਝਣਾ ਇੱਥੇ। ਇਹਦਾ ਨਾਂ ਸੀ ਮਨਸੁਖ, ਲਾਹੌਰ ਤੇ ਰਹਿਣ ਵਾਲਾ ਸੀ। ਤੇ ਸਤਿਗੁਰਾਂ ਨੇ ਕਿਹਾ ਕਿੱਥੇ ਕਿੱਥੇ ਜਾਣਾ? ਕਹਿਣ ਲੱਗਾ ਜੀ ਬਾਹਰ ਜਾਣਾ, ਬੇੜਿਆਂ ਤੇ ਚੜ ਕੇ ਮੈਂ ਜਾਣਾ। ਤੇ ਕਹਿਣ ਲੱਗੇ ਹੁਣ ਕਿੱਥੇ ਜਾ ਰਹੇ ਆ? ਕਹਿਣ ਲੱਗੇ ਲੰਕਾ। ਕਹਿਣ ਲੱਗੇ ਲੰਕਾ ਜਾ ਤੇ ਆ ਮੱਤ ਜਿਹੜੀ ਲਈ ਹੈ ਨਾ ਗੁਰੂ ਦੀ, ਇਹ ਜਾ ਕੇ ਪ੍ਰਚਾਰੇ। ਮਨਸੁਖ ਗਿਆ ਤੇ ਮੱਤ ਕਿਹੜੀ ਪ੍ਰਚਾਰੇ? ਉਹਨੇ ਆਖਿਆ ਸਰਬੱਤ ਦਾ ਭਲਾ ਹੋਵੇ। ਸਰਬੱਤ ਦਾ ਭਲਾ ਤੇ ਫਿਰ ਇੱਥੋਂ ਹੀ ਸ਼ੁਰੂ ਹੁੰਦਾ। ਲੰਗਰ ਵੀ ਸਰਬੱਤ ਦੇ ਭਲੇ ਵਾਸਤੇ ਸੀ। ਗੁਰੂ ਸਾਹਿਬ ਜੀ ਨੇ ਕਿਹਾ ਕਰਤਾਰਪੁਰ ਆਏ ਤੇ ਲੰਗਰ ਜਿਹੜਾ ਸੀ ਉਹ ਆਰੰਭ ਕਰ ਦਿੱਤਾ। ਕਿਹਾ ਆਓ, ਆ ਕੇ ਲੰਗਰ ਛਕੋ, ਬੈਠੋ ਤੇ ਦੇਣ ਵਾਲੇ ਦਾ ਧੰਨਵਾਦ ਕਰੋ। ਪਹਿਲੇ ਵੀ ਕਰੋ, ਬਾਅਦ ਵਿੱਚ ਵੀ ਕਰੋ। ਉਹਨੇ ਵੀ ਜਾਂਦਿਆਂ ਲੰਗਰ ਤਿਆਰ ਕੀਤਾ, ਕੜਾ ਪ੍ਰਸ਼ਾਦ ਸਜਾਇਆ। ਔਰ ਇੱਕ ਪੁਰਾਣੀ ਪਰੰਪਰਾ, ਜਰਾ ਇਹਦੇ ਵੱਲ ਉਚੇਚਾ ਧਿਆਨ ਦੇਣਾ। ਅੱਜ ਤੋਂ 50-60 ਸਾਲ ਪਹਿਲੇ ਦਰਬਾਰ ਸਾਹਿਬ ਜਦੋਂ ਤੁਸੀਂ ਜਾਂਦੇ ਸੋ ਯਾਦ ਹੋਵੇਗਾ ਕਿ ਡੂਨੇ 'ਚ ਜੇ ਕੋਈ ਪ੍ਰਸ਼ਾਦ ਕਿਸੇ ਲਿਆ ਨਾ, ਪਰਚੀ ਤੇ ਦੇਣੀ, ਇੱਕ ਟਕਾ ਵੀ ਉੱਤੇ ਰੱਖਦੇ ਸਨ। ਇੱਕ ਟਕਾ ਲੈਂਦਾ ਰਿਹਾ ਮੈਂ ਵੀ ਆਪ। ਉਹ ਦਿੰਦੇ ਸਨ ਕਿ ਜੇ ਤੇਰੇ ਕੋਲ ਨਹੀਂ ਮੱਥਾ ਟੇਕਣ ਲਈ
ਇਹ ਮੱਥਾ ਟੇਕਦੇ ਵੀ, ਅੱਗੇ ਰੱਖਦੇ ਵੀ। ਇਹ ਪਤਾ ਸ਼ੁਰੂ ਕਿੱਥੋਂ ਹੋਇਆ ਸੀ? ਭਾਈ ਮਨਸੁਖ ਨੂੰ ਕਿਹਾ ਸੀ ਰੋਜ਼ਾਨਾ ਕੜਾਹ ਪ੍ਰਸ਼ਾਦ ਸਜਾਉਣਾ ਤੇ ਗੁਰੂ ਨਿਮਿਤ ਘੱਟੋ ਘੱਟ 1 ਟਕਾ 2 ਪੈਸੇ ਨੇ ਇਹ ਜਿਹੜੇ ਜ਼ਰੂਰ ਰੱਖਣੇ। 2 ਪੈਸੇ ਕਰਕੇ ਇਕੱਠੇ ਹੋਣਗੇ ਔਰ ਪਰਉਪਕਾਰ ਹੋਵੇਗਾ। ਉਹ ਗਿਆ। ਹੁਣ ਰਾਜਾ ਜਿਹੜਾ ਸੀ ਉਹ ਹਿੰਦੂ ਧਰਮ ਨੂੰ ਮੰਨਦਾ ਸੀ। ਉਹਨੇ ਇਕਾਦਸ਼ੀ ਦਾ ਵਰਤ ਰੱਖਿਆ ਸੀ ਕਿ ਚੁੱਲ੍ਹੇ ਕਿਸੇ ਅੱਗ ਨਹੀਂ ਬਾਲਣੀ। ਮਾਲ ਸਾਰਾ ਇਹਦਾ ਜ਼ਬਤ ਕਰ ਲਿਆ ਗਿਆ, ਇਸ ਨੂੰ ਕੈਦ ਕਰ ਦਿੱਤਾ। ਰਾਜੇ ਦੀ ਮਹਿਫਲ ਸਜੀ। ਜਦੋਂ ਮਹਿਫਲ ਖਤਮ ਹੋਈ ਉਸ ਵੇਲੇ ਕਿ ਆਵਾਜ਼ ਆਈ। ਮੈਂ ਬੇਨਤੀ ਕੀਤੀ ਹੈ ਜੋ ਵੀ ਜੁੜਿਆ ਨਾ, ਬਾਣੀ ਰਾਹੀਂ ਜੁੜਿਆ, ਸ਼ਬਦ ਰਾਹੀਂ ਜੁੜਿਆ, ਉਹ ਆਵਾਜ਼ ਕੀ ਆਈ? ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਇ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਇੱਕ ਬੇਨਤੀ ਕਰਾਂ, ਆਵਾਜ਼ ਵੀ ਸੁੰਦਰ ਹੋਵੇ ਤੇ ਕਿਤੇ ਅੰਦਰ ਪਿਆਰ ਵੀ ਸੁੰਦਰ ਹੋਵੇ। ਕੀਰਤਨੀਆਂ ਕੀਰਤਨ ਤੇ ਕਰਤਾ ਤਿੰਨੇ ਜੁੜ ਜਾਓ। ਕੀਰਤਨੀਆਂ ਕੀਰਤਨ 'ਚ ਅਭੇਦ ਹੋ ਜਾਏ ਤੇ ਕੀਰਤਨ ਪ੍ਰਮਾਤਮਾ ਵਿੱਚ, ਉੱਥੇ ਪ੍ਰਮਾਤਮਾ ਹੀ ਰਹਿ ਜਾਂਦਾ, ਹੋਰ ਕੋਈ ਨਹੀਂ ਹੁੰਦਾ। ਅਸਲ 'ਚ ਮਨਸੁਖ ਨਹੀਂ ਸੀ ਗਾ ਰਿਹਾ, ਉਹਦੇ ਅੰਦਰੋਂ ਰੱਬ ਬੋਲ ਰਿਹਾ ਸੀ। ਆਵਾਜ਼ ਰਾਜੇ ਦੇ ਕੰਨਾਂ 'ਚ ਪਈ। ਕਹਿਣ ਲੱਗਾ ਇਹ ਕੌਣ? ਇਹਦੀ ਆਵਾਜ਼ ਨੇ ਤੇ ਦਿਲ ਨੂੰ ਖਿੱਚ ਪਾਈ ਹੈ। ਕਹਿਣ ਲੱਗੇ ਬਾਦਸ਼ਾਹ ਜਿਹਦਾ ਮਾਲ ਜ਼ਬਤ ਕੀਤਾ, ਕੱਲ 2 ਲੱਖ ਦਾ ਮਾਲ ਜ਼ਬਤ ਕੀਤਾ, ਉਹ ਕੈਦੀ ਹੈ। ਕਹਿਣ ਲੱਗਾ ਲਿਆਓ, ਹੁਣੇ ਲਿਆਓ। ਸਾਹਮਣੇ ਲਿਆਂਦਾ। ਕਹਿਣ ਲੱਗੇ ਤੈਨੂੰ ਤੇ ਰੋਣਾ ਚਾਹੀਦਾ। ਕਹਿਣ ਲੱਗਾ ਜੇ ਪਹਿਲੀ ਵਾਰੀ ਆਉਂਦਾ ਨਾ ਇਹ ਕੁਝ ਹੁੰਦਾ, ਵਾਕਿਆ ਮੈਂ ਰੋਂਦਾ। ਮੈਨੂੰ ਹੁਣ ਉਹ ਮਿਲ ਗਿਆ ਜਿਹਨੇ ਦੁਨੀਆ ਦੇ ਰੋਣੇ ਮੁਕਾ ਦਿੱਤੇ ਨੇ ਔਰ ਗਾਉਣਾ ਸਿਖਾ ਦਿੱਤਾ, ਕੀਰਤਨ ਕਰਨ ਲਾ ਦਿੱਤਾ। ਮੈਂ ਤੇ ਕੀਰਤਨ ਕਰ ਰਿਹਾ। ਕੱਚਾ ਧਨ ਚਲਾ ਗਿਆ, ਸੱਚਾ ਧਨ ਮੇਰੇ ਕੋਲ ਹੈ। ਸ਼ਬਦ ਤੇ ਨਹੀਂ ਖੋ ਸਕਿਆ। ਤੂੰ ਮੇਰਾ ਮਾਲ ਖੋ ਲਿਆ, ਕੱਚਾ ਮਾਲ ਖੋ ਲਿਆ, ਪੱਕਾ ਮੇਰੇ ਕੋਲ ਹੈ। ਕਹਿਣ ਲੱਗਾ ਤੈਨੂੰ ਕੋਈ ਚਿੰਤਾ ਨਹੀਂ? ਕਹਿਣ ਲੱਗੇ ਚਿੰਤਾ ਤੈਨੂੰ ਹੋਵੇਗੀ, ਮੈਨੂੰ ਕੋਈ ਚਿੰਤਾ ਨਹੀਂ। ਕਹਿਣ ਲੱਗਾ ਮੈਨੂੰ ਤੇ ਹੈ। ਮੈਨੂੰ ਰਾਤ ਨੀਂਦ ਨਹੀਂ ਆਉਂਦੀ, ਮੈਂ ਕੀ ਕਰਾਂ? ਕਹਿਣ ਲੱਗੇ ਉਸ ਨੂੰ ਯਾਦ ਕਰ, ਚਿੰਤਾ ਦਾ ਉਹ ਇਲਾਜ ਕਰਦਾ ਵੈਦ ਹੈ। ਕੱਲ ਆਪਾਂ ਬੇਨਤੀ ਕਰਾਂਗੇ। ਗੁਰੂ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਸੁਣਾਉਣ ਵਾਸਤੇ ਉਪਦੇਸ਼ ਨਹੀਂ ਆਇਆ, ਮੈਂ ਤੁਹਾਡਾ ਇਲਾਜ ਕਰਨਾ ਹੈ। ਮੈਂ ਤੇ ਵੈਦ ਹਾਂ ਔਰ ਤੁਹਾਡਾ ਇਲਾਜ ਕਰਨਾ ਆਇਆ। ਕਹਿਣ ਲੱਗੇ ਉਹ ਚਿੰਤਾ ਦਾ ਇਲਾਜ ਕਰਨ ਵਾਲੇ ਕੌਣ? ਧੰਨ ਗੁਰੂ ਨਾਨਕ ਦੇਵ। ਕਹਿਣ ਲੱਗੇ ਮੈਨੂੰ ਵੀ ਨਾਲ ਲੈ ਚੱਲ। ਕਹਿਣ ਲੱਗੇ ਨਹੀਂ, ਉਹ ਘਰ ਉਜਾੜਨ ਵਾਲੇ ਨਹੀਂ, ਘਰ ਵਸਾਉਣ ਵਾਲੇ ਗੁਰੂ ਨੇ ਯਾਦ ਕਰ ਇੱਥੇ ਆ ਜਾਣਗੇ। ਧੰਨ ਗੁਰੂ ਨਾਨਕ ਦੇਵ ਗਏ। ਰਾਜਾ ਸ਼ਿਵਨਾਭ ਸਿੱਖ ਬਣਿਆ ਸਤਿਗੁਰੂ। 1 ਸਾਲ ਲੰਕਾ ਦੇ ਵਿੱਚ ਰਹੇ ਔਰ ਜਦੋਂ ਤੁਰਨ ਲੱਗੇ ਨਾ, ਕਹਿਣ ਲੱਗਾ ਜਾਂ ਨਾਲ ਲੈ ਜਾਓ ਜਾਂ ਰਹਿ ਜਾਓ। ਕਹਿਣ ਲੱਗੇ ਮੈਂ ਸਦਾ ਰਹਾਂਗਾ। ਪਹਿਲੋਂ ਵੇਖ ਮੈਂ ਹਾਂ ਕਿ ਅੱਜ ਉਹ ਸਰੀਰ ਵੇਖਣਾ, ਮੈਂ ਇਹ ਨਹੀਂ। ਮੈਂ ਤੇ ਸ਼ਬਦ ਹਾਂ। ਸਤਿਗੁਰੂ ਸ਼ਬਦ, ਸ਼ਬਦ ਹੈ ਸਤਿਗੁਰ। ਸਤਿਗੁਰ ਬਚਨ ਬਚਨ ਹੈ। ਸਤਿਗੁਰ ਪਾਦਰ ਮੁਕੁ ਜਨਾਵੇ ਕੋ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸਤਾਰੇ। ਮੈਂ ਇੱਕ ਪਾਸੇ ਤੁਹਾਡਾ ਧਿਆਨ ਦਵਾਵਾਂ ਤੇ ਫਤਿਹ ਗਜਾਈਏ। ਅੰਦਰ ਬਹੁਤ ਕੁਛ ਹੈ। ਜੇ ਤੇ ਅੰਦਰ ਸਾਡੇ ਹੋਇਆ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਫਿਰ ਤੇ ਜਮਾ ਫੜ ਲੈਣ ਵੀ ਇਹਦੇ ਅੰਦਰ ਕ੍ਰੋਧ ਹੈ, ਕਾਮ ਹੈ, ਇਸ ਦੇ ਅੰਦਰ ਵਿਕਾਰ ਨੇ। ਪਰ ਜੇ ਉਹਨੇ ਵੇਖ ਲਿਆ ਇਹਦੇ ਅੰਦਰ ਸ਼ਬਦ ਹੈ, ਫਿਰ ਤੇ ਜਮ ਡਰ ਕੇ ਭੱਜ ਆਏਗਾ। ਪੰਕਤੀ ਯਾਦ ਕੇ ਰੱਖਿਓ ਜੇ, ਯਾਦ ਕਰੋ ਨਹੀਂ ਯਾਦ ਤੇ ਅਫਰਿਓ ਜਮ ਮਾਰਿਆ ਨਾ ਜਾਏ। ਜਮ ਬੜਾ ਹੰਕਾਰੀ, ਸਾਡੇ ਕੋਲ ਮਾਰਿਆ ਨਹੀਂ ਜਾਣਾ। ਅਫਰਿਓ ਜਮ ਮਾਰਿਆ ਨਾ ਜਾਏ। ਗੁਰ ਕੈ ਸ਼ਬਦ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗਾ। ਮਤ ਮਾਰੇ ਹਰ ਜਿਉ ਵੇ ਪ੍ਰਵਾਹ। ਵੇ ਪ੍ਰਵਾਹ ਮਾਰੇਗਾ ਕਿ ਜਿਸ ਦੇ ਅੰਦਰ ਸ਼ਬਦ ਸੀ, ਤੂੰ ਉਸ ਦੇ ਕੋਲ ਕਿਉਂ ਗਿਆ? ਅੰਦਰ ਸ਼ਬਦ ਹੋਵੇ ਜਮ ਹੱਥ ਨਹੀਂ ਪਾ ਸਕਦਾ। ਜਮ ਸੇਵਾਦਾਰ ਹੋਵੇਗਾ ਤਾਂ ਹੀ ਕਿਹਾ ਕਿ ਜਮ ਤੇ ਉਸ ਦੀ ਸੇਵਾ ਕਰਦਾ, ਉਹਨੂੰ ਜੀ ਆਇਆ ਆਖਦਾ ਜਿਸ ਦੇ ਅੰਦਰ ਸ਼ਬਦ ਹੈ। ਸਤਿਗੁਰੂ ਆਏ ਸਨ, ਸ਼ਬਦ ਲੈ ਕੇ ਆਏ। ਵਿਦਵਾਨ ਇੱਕ ਕਹਿੰਦਾ ਬਾਕੀ ਤੇ ਆਏ ਤੇ ਚਲੇ ਗਏ,
ਤੇ ਗੁਰੂ ਸਾਡੇ ਵਿੱਚ ਹੀ ਬੈਠ ਗਏ। ਉਹਨਾਂ ਨੇ ਕਿਹਾ ਜਦੋਂ ਤੱਕ ਜਗਤ ਹੈ ਮੈਂ ਤੁਹਾਡੇ ਵਿੱਚ ਹੀ ਰਹਾਂਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਬਣ ਕੇ ਵਿੱਚ ਬੈਠ ਗਏ ਔਰ ਸਦਾ ਵਾਸਤੇ ਪ੍ਰਕਾਸ਼ਮਾਨ ਨੇ। ਗੱਦੀ ਦਾ ਅਰਥ ਹੁੰਦਾ ਮਰਿਆਦਾ ਚਲਾਉਣੀ। ਜਿਹੜੀ ਮਰਿਆਦਾ ਗੁਰੂ ਨਾਨਕ ਦੇਵ ਨੇ ਦਿੱਤੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਚਲਾ ਰਹੇ ਨੇ। ਬਸ ਇਹ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਿਰਦੇ 'ਚ ਥਾਂ ਦਿਓ। ਸਿੱਖ ਹੀ ਨਾ ਇਕੱਲਾ ਜਾਂਦਾ ਹੋਵੇ, ਵੇਖਣ ਵਾਲੇ ਆਖਣ ਸ਼ਬਦ ਤੁਰਿਆ ਜਾਂਦਾ, ਗੁਰਬਾਣੀ ਜਾ ਰਹੀ ਹੈ, ਇਹ ਗੁਰੂ ਕਾ ਸ਼ਬਦ ਜਾ ਰਿਹਾ ਹੈ। ਉਹ ਪੰਕਤੀ ਫੇਰ ਪੜ੍ਹਦੇ ਹਾਂ, ਜਿਉਂ ਅੰਦਰ ਜਿਉ ਸ਼ਬਦ ਹੈ, ਜਿਤ ਸਹਿ ਮਿਲਾਵਾ ਹੋਏ, ਬਿਨ ਸ਼ਬਦ ਜਗ ਅਨੇਰ ਹੈ, ਸ਼ਬਦ ਪ੍ਰਗਟ ਹੋਏ। ਸ਼ਬਦ ਨਾਲ ਹੀ ਇਹ ਪ੍ਰਕਾਸ਼ ਹੁੰਦਾ ਹੈ, ਸ਼ਬਦ ਨਾਲ ਹੀ ਸਾਡਾ ਨਿਸਤਾਰਾ ਹੋਣਾ। ਔਰ ਸ਼ਬਦ ਪਾਸ ਹੈ ਤੇ ਤੁਸੀਂ ਧਨਵਾਨ ਹੋ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਮੈ ਸਹਿ ਸੁਭਾਏ। बात खत्म नहीं हुई, बात समझो गल मुक गई। बात खत्म नहीं हुई मगर रुकता हूँ, फिर कल फिर सुनाएंगे। अफसाने बहुत से बाकी हैं, बहुत कहानियाँ बहुत बाकी ने, बड़ियाँ कथा ने बाकी। वो आपां फिर कल जो सतगुरु बख्शिश करेगा जिमें सिर ते हथ रखोगे। आओ फतेह गजाइए। वाहिगुरु जी का खालसा, वाहिगुरु जी की